ਪੰਜਾਂ ਆਬਾਂ ਦਾ ਪੰਜਾਬ, ਪੰਜ ਪਾਣੀਆਂ ਦਾ ਪੰਜਾਬ ਪਹਿਲਾਂ ਸਬਤ ਸੁਣਦੇ ਹੁੰਦਾ ਸੀ, ਫਿਰ ਪੰਜਾਬ ਹੋ ਗਿਆ। ਉਹ ਪੰਜਾਬ ਦਾ ਪਾਣੀ ਪਲੀਤ ਹੋ ਰਿਹਾ। ਇਹਨਾਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਪਤਾ ਨਹੀਂ ਲੱਗ ਰਿਹਾ। ਜਿਹੜੀਆਂ ਇੰਡਸਟਰੀਆਂ ਕਿਸੇ ਹੋਰ ਸਟੇਟਾਂ ਦੇ ਵਿੱਚ ਬੈਨ ਨੇ, ਉਹ ਪੰਜਾਬ ਦੇ ਵਿੱਚ ਲੱਗ ਰਹੀਆਂ। ਸੈਂਟਰ ਪੋਲਿਊਸ਼ਨ ਬੋਰਡ ਦੀ ਰਿਪੋਰਟ ਆਉਂਦੀ ਆ, ਬੜੀ ਹੀ ਹੈਰਾਨੀਜਨਕ ਰਿਪੋਰਟ ਆ। ਉਹ ਰਿਪੋਰਟ ਦੇ ਵਿੱਚ 29 ਸੈਂਪਲ ਕੀਤੇ ਆ ਤੇ 29 ਹੀ ਫੇਲ ਨੇ। ਜਿਹੜੀ ਇਹ ਸ਼ਰਾਬ ਫੈਕਟਰੀ ਆ, ਇਹਦੇ ਵਿੱਚ ਜਿਹੜਾ ਪਾਣੀ ਆ, ਉਹ ਪਾਣੀ ਕਾਲਾ ਬਦਬੂਦਾਰ ਪਾਣੀ ਹੈ। ਪਹਿਲੀ ਰਿਪੋਰਟ ਜਿਹੜੀ ਸੰਤ ਬਾਬਾ ਬਲਵੀਰ ਸਿੰਘ ਜੀ ਸੀਚੇਵਾਲ ਦੀ ਰਿਪੋਰਟ ਆਉਂਦੀ ਆ, ਉਹ ਕਲੀਨ ਚਿੱਟ ਦੇ ਦਿੰਦੇ ਆ। ਉਹ ਕਹਿੰਦੇ ਬੈਕਟੀਰੀਆ ਜੀ ਪਾਣੀ ਵਿੱਚ। ਐਨਜੀਟੀ ਦੀ ਰਿਪੋਰਟ ਕਹੀ ਜਾ ਰਹੀ ਸੀ ਨਾ ਕਿ ਤੇ ਐਨਜੀਟੀ ਦੀ ਰਿਪੋਰਟ ਹੈ ਜੀ, ਉਹ ਹੱਕ 'ਚ ਆ ਗਈ ਹੈ ਫੈਕਟਰੀ। ਜਿਹੜੇ ਪਾਣੀ ਐਡਾ ਗੰਦਾ ਸਾਡੇ ਪਿੰਡਾਂ ਦੇ ਵਿੱਚ ਆ, ਸਾਡੇ ਬੱਚਿਆਂ ਨੇ ਪਾਣੀ ਪੀਣਾ। ਉਹ ਇਹਦੇ ਉੱਤੇ ਕਾਨੂੰਨੀ ਕਾਰਵਾਈ ਕਰੋ। ਇਹਦੇ ਉੱਤੇ ਦੀਪ ਮਲਹੋਤਰੇ ਦੇ ਉੱਤੇ ਪਰਚੇ ਪਾ ਕੇ ਇਸ ਨੂੰ ਅੰਦਰ ਕਰੋ। ਭਾਵੇਂ ਮੁੱਖ ਮੰਤਰੀ ਸਾਹਿਬ ਨੇ ਕੈਮਰੇ ਤੇ ਆ ਕੇ ਤਾਂ ਕਹਿਤਾ ਕਿ ਫੈਕਟਰੀ ਬੰਦ ਹੈ ਜੀ, ਅੱਜ ਤੋਂ ਬਾਅਦ ਚੱਲੂਗੀ ਨਹੀਂ, ਫਿਰ ਰਿਟਨ ਦੇ ਵਿੱਚ ਜਿਹੜੀ ਡਿਮਾਂਡ ਕਰ ਰਿਹਾ ਮੋਰਚਾ, ਉਹ ਦੇਣ ਦੇ ਵਿੱਚ ਫਿਰ ਦਿੱਕਤ ਕੀ ਕਿ ਇਹਦਾ ਇੰਪੈਕਟ ਵੀ ਉਹਨਾਂ ਨੇ ਕਿਹਾ ਕਿ ਕੱਢਿਆ ਜਾਵੇ ਕਿ ਵੀ ਕਿੱਥੋਂ ਤੱਕ ਇਹਨੇ ਖਿਲਾਫ ਕੀਤਾ ਹੈ, ਸਾਡੀ ਫੂਡ ਚੇਨ ਦੇ ਅੰਦਰ, ਸਾਡੇ ਖਾਣੇ ਦੇ ਅੰਦਰ ਕਿੱਥੋਂ ਤੱਕ ਜ਼ਹਿਰ ਘੋਲਤਾ ਇਹਨੇ, ਤੇ ਉਹ ਪ੍ਰਾਪਰਟੀਆਂ ਉਹਦੀਆਂ ਅਟੈਚ ਹੋਣ ਤੇ ਉਹਦੇ ਤੇ ਪਰਚੇ ਹੋਣ। ਉਹ ਇਰਾਦਾ ਕਤਲ ਹੀ ਹੈ ਇੱਕ ਤਰ੍ਹਾਂ। ਜਿਹੜੇ ਬੰਦਿਆਂ ਨੇ ਇੱਕ ਭਲਾ ਕਰਨ ਦੀ ਸੋਚਿਆ ਸਮਾਜ ਦਾ, ਉਹਨਾਂ ਨੇ ਆਵਾਜ਼ ਉਠਾਈ ਉਸ ਨਿਆਂ ਦੇ ਉਲਟ, ਉਹਨਾਂ ਨੂੰ ਤਾਂ ਤੁਸੀਂ ਕੁੱਟਮਾਰ ਕਰ ਰਹੇ ਹੋ, ਉਹਨਾਂ ਨਾਲ ਤਾਂ ਧੱਕਾ ਕਰ ਰਹੇ ਹੋ ਤੇ ਦੂਜਿਆਂ ਨੂੰ ਬਚਾ ਰਹੇ ਹੋ। ਸੋ ਇਹ ਕਿੱਥੋਂ ਤੱਕ ਸਰਕਾਰਾਂ ਠੀਕ ਹੈਗੀ। ਹੁਣ ਉਹ ਨਹੀਂ ਲੱਗਦਾ ਕਿ ਉਹਨਾਂ ਲੋਕਾਂ ਨੂੰ ਮੁਆਵਜ਼ੇ ਦੀ ਗੱਲ ਹੋਵੇ ਜਾਂ ਫਿਰ ਉਹਨਾਂ ਦੀ ਜਿਹੜੀ ਪ੍ਰਾਪਰਟੀ ਅਟੈਚ ਕਰਨ ਦੀ ਗੱਲ ਹੋਵੇ ਕਿ ਮੰਗਾਂ ਦਾ ਘੇਰਾ ਬਹੁਤ ਵੱਧ ਗਿਆ, ਇਹ ਡਿਮਾਂਡ ਲੈਟਰ ਬਹੁਤ ਵੱਡੀ ਹੋ ਗਈ। ਜੇ ਤੋਂ ਇਹ ਗੱਲਾਂ ਸਾਬਤ ਹੋ ਗਈਆਂ ਵੀ ਜਿੰਨੇ ਬੰਦੇ ਮਰੇ ਆ, ਜਿੰਨੇ ਪਸ਼ੂ ਮਰੇ ਆ, ਜਿੰਨੇ ਵਾਤਾਵਰਨ ਦਾ ਘਾਣ ਹੋਇਆ, ਇਹ ਫੈਕਟਰੀ ਨੇ ਕੀਤਾ। ਜਦੋਂ ਸਾਰਾ ਕੁਝ ਇਹ ਗੱਲ ਸਾਬਤ ਹੋ ਗਈ ਫੈਕਟਰੀ ਨੇ ਕੀਤਾ ਵਾ, ਤੇ ਫਿਰ ਇਹਦੇ ਨਾਲ ਡਿਮਾਂਡਾਂ ਵਧਣੀਆਂ। ਜਿਹੜੇ ਪਰਿਵਾਰਾਂ ਦੇ ਜੀ ਗਏ ਆ, ਉਹਨਾਂ ਨੂੰ ਮੁਆਵਜ਼ਾ ਚਾਹੀਦਾ ਵਾ। ਜਿਹੜੀ ਸਾਡੀ ਹਵਾ ਖਰਾਬ ਕੀਤੀ ਆ ਉਹਦਾ, ਜਿਹੜਾ ਸਾਡਾ ਪਾਣੀ ਖਰਾਬ ਕੀਤਾ ਵਾ, ਅਸੀਂ ਤਾਂ ਕਹਿੰਦੇ ਹਾਂ ਪ੍ਰਦੂਸ਼ਣ ਬੋਰਡ 'ਤੇ ਵੀ ਜਿਹੜੇ ਅਧਿਕਾਰੀ ਕੰਮ ਕਰਦੇ ਆ, ਉਹਨਾਂ 'ਤੇ ਪਰਚੇ ਦਰਜ ਹੋਣੇ ਚਾਹੀਦੇ ਆ। ਇਸ ਤੋਂ ਪਹਿਲਾਂ ਅਕਾਲੀ ਸਰਕਾਰ ਵੇਲੇ ਕਿਹਨਾਂ ਨੇ ਮਲਾਈ ਖਾਧੀ ਆ, ਉਹਨਾਂ 'ਤੇ ਵੀ, ਕਾਂਗਰਸ ਸਰਕਾਰ ਵੇਲੇ ਕਿਹਨਾਂ ਨੇ ਅੱਖਾਂ ਬੰਦ ਕਰੀ ਰੱਖੀਆਂ, ਉਹਨਾਂ 'ਤੇ ਪਰਚੇ ਦਰਜ ਕਰਨੇ ਚਾਹੀਦੇ ਆ। ਵੀ ਕਿਵੇਂ ਨਾ ਕਰਕੇ ਲੋਕ ਮਰੀ ਜਾਣ ਪਰ ਬੋਲਣ ਨਾ, ਸਾਹ ਨਾ ਕੱਢਣ। ਮਲਹੋਤਰਾ ਬਚਿਆ ਰਹੇ। ਇੱਕ ਕਿਸਾਨ ਨੇ ਅੱਗ ਲਾਤੀ ਆਪਣੀ ਪਰਾਲੀ ਨੂੰ, ਉਹਨੂੰ ਦਿਖਿਆ ਨਹੀਂ, ਉਹਦੀ ਮੌਤ ਹੋ ਜਾਂਦੀ ਹੈ। ਬਹੁਤ ਸਾਰੀਆਂ ਘਟਨਾਵਾਂ ਆਈਆਂ। ਇੱਕ ਛੋਟਾ ਜਿਹਾ ਬੱਚਾ ਜਿਹੜਾ ਸਾਲਕ ਦਾ ਸੀ, ਕਿਸੇ ਪ੍ਰਵਾਸੀ ਮਜ਼ਦੂਰ ਦਾ, ਉਹ ਜਲ ਜਾਂਦਾ ਹੈ। ਬਹੁਤ ਸਾਰੇ ਦਰਖਤ ਸੜੀ ਜਾਂਦੇ ਆ। ਉਹ ਕਹਿੰਦੇ ਫਿਰ ਹੁਣ ਉਹ ਗੱਲ ਕਰਨ। ਸੋ ਇਹ ਜਿਹੜਾ ਉਹਨਾਂ ਦਾ ਰਵੱਈਆ ਵਾ, ਕਿਸਾਨ ਜਥੇਬੰਦੀ ਪ੍ਰਤੀ ਰਵੱਈਆ, ਇਹ ਕੋਈ ਬਹੁਤਾ ਠੀਕ ਨਹੀਂ ਗਾ। ਬਿਲਕੁਲ ਉਹੀ ਆ ਜਿਵੇਂ ਸੁਖਬੀਰ ਬਾਦਲ ਇੱਕ ਟਾਈਮ ਕਹਿੰਦਾ ਹੁੰਦਾ ਸੀ ਵੀ ਸਾਰੇ ਵਿਹਲੜ ਧਰਨਾ ਲਾਉਂਦੇ ਆ। ਅੱਜ ਭਲਵਾਨਾਂ ਦੇ ਹੱਕ 'ਚ ਬੈਠੇ ਆ, ਉੱਥੇ ਉਹ ਵਜ੍ਹਾ ਵੇਖ ਕੇ ਬੈਠੇ ਆ, ਨਾ ਕਿ ਜਗ੍ਹਾ ਵੇਖ ਕੇ ਬੈਠੇ ਆ। ਸਤਿ ਸ਼੍ਰੀ ਅਕਾਲ ਦਾ ਅਨਮਿਊਟ ਦੇਖ ਰਹੇ ਹੋ ਤੁਸੀਂ ਤੇ ਮੈਂ ਆ ਰਵੀ ਸੰਗਰਾਹੂਰ। ਜੀਰਾ ਫੈਕਟਰੀ ਦਾ ਰੌਲਾ ਵੱਡਾ ਹੈ। ਕਦੇ ਰੌਲਾ ਇਉਂ ਪੈ ਜਾਂਦਾ ਹੈ ਕਿ ਜੀਰਾ ਫੈਕਟਰੀ ਬੰਦ ਹੋ ਗਈ ਤੇ ਜਸ਼ਨ ਮਨਾਏ ਜਾਂਦੇ ਆ, ਔਰ ਫਿਰ ਇਉਂ ਰੌਲਾ ਪੈ ਜਾਂਦਾ ਕਿ ਹਾਈ ਕੋਰਟ ਨੇ ਕੁਝ ਆਰਡਰ ਕਰਤੇ ਔਰ ਇਹਨਾਂ ਆਰਡਰਾਂ ਦੇ ਮੁਤਾਬਕ ਜੀਰਾ ਫੈਕਟਰੀ ਫਿਰ ਚੱਲੂਗੀ। ਫਿਰ ਸੰਘਰਸ਼ ਜਿਹੜਾ ਉਹ ਤਿੱਖਾ ਹੋਣ ਦੀਆਂ ਸੰਭਾਵਨਾਵਾਂ ਪੈਦਾ ਹੋ ਜਾਂਦੀਆਂ। ਹੁਣ ਇੱਕ ਵਾਰ ਫੇਰ ਤੋਂ ਪਹਿਲਾਂ ਹਾਈ ਕੋਰਟ ਦੇ ਆਰਡਰ ਆਉਂਦੇ ਨੇ ਕਿ ਜਿਹੜਾ ਪੰਜਾਬ ਦਾ ਪ੍ਰਦੂਸ਼ਣ ਕੰਟਰੋਲ ਬੋਰਡ ਹੈ, ਉਹ ਪੱਖ ਨਹੀਂ ਸੁਣ ਰਿਹਾ ਫੈਕਟਰੀ ਦੇ ਮਾਲਕ ਦਾ, ਔਰ ਹਾਈ ਕੋਰਟ ਨੇ ਹੁਕਮ ਕੀਤੇ ਸੀ ਕਿ ਤੁਹਾਨੂੰ ਇਹ ਪੱਖ ਸੁਣਨਾ ਚਾਹੀਦਾ। ਹੁਣ ਸੈਂਟਰ ਪੋਲਿਊਸ਼ਨ ਕੰਟਰੋਲ ਬੋਰਡ ਦੀ ਜਿਹੜੀ ਰਿਪੋਰਟ ਆ ਗਈ, ਉਹ ਰਿਪੋਰਟ ਇਹਦੇ ਬਿਲਕੁਲ ਵਿਪਰੀਤ ਹੈ, ਬਿਲਕੁਲ ਉਲਟਾ ਹੈ ਕਿ ਇਹ ਫੈਕਟਰੀ ਬਿਲਕੁਲ ਹੀ ਨਹੀਂ ਚੱਲਣੀ ਚਾਹੀਦੀ। ਇਹਦੇ ਤੇ ਤਾਂ ਸਗੋਂ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ, ਔਰ ਨਾਲ ਹੀ ਲੋਕ ਜਿਹੜੇ ਪ੍ਰਭਾਵਿਤ ਹੋਏ ਆ ਉਹਨਾਂ ਨੂੰ ਮੁਆਵਜ਼ੇ ਤੱਕ ਦੀ ਗੱਲ ਉਸ ਰਿਪੋਰਟ ਦੇ ਵਿੱਚ ਕੀਤੀ ਗਈ ਆ। ਸਾਰੇ ਮੈਂਬਰ ਸਾਡੇ ਨਾਲ ਨੇ ਇਸ ਵੇਲੇ, ਕਿਸਾਨ ਜਥੇਬੰਦੀਆਂ ਦੇ ਮੈਂਬਰ ਜਿਹੜੇ ਸ਼ੁਰੂ ਤੋਂ ਸੀ, ਔਰ ਸਾਂਝਾ ਮੋਰਚਾ ਦੇ ਮੈਂਬਰ ਜਿਹੜੇ ਨੇ ਉਹ ਵੀ ਸਾਡੇ ਨਾਲ ਨੇ, ਔਰ ਬਾਕੀ ਸਮਾਜ ਸੇਵੀ ਜਥੇਬੰਦੀਆਂ ਜਿਹੜੀਆਂ ਲਗਾਤਾਰ ਲੜੀਆਂ ਇਸ ਮਾਮਲੇ ਦੇ ਅੰਦਰ, ਉਹ ਵੀ ਸਾਡੇ ਨਾਲ ਨੇ। ਗੱਲਬਾਤ ਕਰਾਂਗੇ ਕਿ ਹੁਣ ਗੱਲ ਖੜੀ ਕਿੱਥੇ ਆ। ਰੋਮਨ, ਕਿੱਥੇ ਗੱਲ ਖੜੀ ਹੈ? ਮੁੱਖ ਮੰਤਰੀ ਸਾਹਿਬ ਅੱਜ ਤੋਂ ਕੁਝ ਮਹੀਨੇ ਪਹਿਲਾਂ ਕਹਿ ਦਿੰਦੇ ਆ ਕਿ ਫੈਕਟਰੀ ਬੰਦ ਹੈ ਜੀ, ਫੈਕਟਰੀ ਬੰਦ ਹੋ ਜਾਂਦੀ ਹੈ ਔਰ ਉਸ ਤੋਂ ਬਾਅਦ ਰਿਟਰਨ 'ਚ ਨਹੀਂ ਆਉਂਦਾ, ਤੁਹਾਡਾ ਰੰਜ ਇਹ ਰਹਿੰਦਾ। ਹੁਣ ਸੈਂਟਰ ਪੋਲਿਊਸ਼ਨ ਬੋਰਡ ਦੀ ਜਿਹੜੀ ਰਿਪੋਰਟ ਆਈ ਹੈ, ਉਹਦੇ ਮੁਤਾਬਕ ਕੀ ਹੈ ਕਿ ਫੈਕਟਰੀ ਕਿਸ ਤਰ੍ਹਾਂ ਦੇ ਨਾਲ ਵਰਕ ਹੋਣੀ ਚਾਹੀਦੀ? ਪਹਿਲਾਂ ਤਾਂ ਇਹ ਆ ਜੀ, ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਬਿਆਨ ਦਿੱਤਾ ਸੀ, ਪਰ ਉਹ ਬਿਆਨ ਦਾ ਬਿਆਨ ਹੀ ਰਹਿ ਗਿਆ। ਕਿਉਂਕਿ ਪਿੱਛੇ ਜਿਹੜੀ ਇਹ ਹੀਅਰਿੰਗ ਹੋਈ ਆ ਕੋਰਟ ਦੇ ਵਿੱਚ, ਉੱਥੇ ਇਹਨਾਂ ਨੇ ਜਿਹੜਾ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਆ, ਇਹਨਾਂ ਨੇ ਕਿਹਾ ਵੀ ਜਿਹੜਾ ਅਸੀਂ ਫੈਕਟਰੀ ਬੰਦ ਕਰਨ ਦਾ ਐਲਾਨ ਕੀਤਾ ਸੀ ਉਹ ਵਾਪਸ ਲੈਂਦੇ ਹਾਂ।
ਤੇ ਅਸੀਂ ਇਹਨਾਂ ਦਾ ਦੀਪ ਮਲਹੋਤਰਾ ਦਾ ਪੱਖ ਸੁਣਦੇ ਹਾਂ ਫੈਕਟਰੀ ਵਾਲਿਆਂ ਦਾ। ਪਰ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਹਾਂ ਜੀ, ਜਿਹੜਾ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਆ, ਇਹ ਕਰੋ ਬੋਰਡ ਆ, ਇਹਦੇ ਉੱਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ। ਪੰਜਾਂ ਆਬਾਂ ਦਾ ਪੰਜਾਬ, ਪੰਜ ਪਾਣੀਆਂ ਦਾ ਪੰਜਾਬ, ਪਹਿਲਾਂ ਸਪਤ ਸਿੰਧੂ ਹੁੰਦਾ ਸੀ, ਫਿਰ ਪੰਜਾਬ ਹੋ ਗਿਆ। ਉਹ ਪੰਜਾਬ ਦਾ ਪਾਣੀ ਪਲੀਤ ਹੋ ਰਿਹਾ, ਇਹਨਾਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਪਤਾ ਨਹੀਂ ਲੱਗ ਰਿਹਾ। ਇਹਨਾਂ ਦੀਆਂ ਜਿਹੜਾ ਇਹਨਾਂ ਦਾ ਚੇਅਰਮੈਨ ਆ ਬਾਊ ਰਾਮ ਆ, ਉਹ ਬਾਊ ਰਾਮ ਨੇ ਪੰਜਾਬ ਦੇ ਵਿੱਚ ਇੰਡਸਟਰੀਆਂ ਲਵਾਈਆਂ ਵਧਾਈਆਂ, ਜਿਹੜੀਆਂ ਇੰਡਸਟਰੀਆਂ ਕਿਸੇ ਹੋਰ ਸਟੇਟਾਂ ਦੇ ਵਿੱਚ ਬੈਨ ਨੇ, ਉਹ ਪੰਜਾਬ ਦੇ ਵਿੱਚ ਲੱਗ ਰਹੀਆਂ। ਕੀ ਇਹ ਪੰਜਾਬ ਦਾ ਦੱਸੋ ਵੀ ਫਿਰ ਪੰਜਾਬ ਵਾਸਤੇ ਦੁਖਾਂਤ ਨਹੀਂ? ਹੁਣ ਸੈਂਟਰ ਪੋਲਿਊਸ਼ਨ ਬੋਰਡ ਤੇ ਆਉਣੇ ਆ ਜੀ। ਸੈਂਟਰ ਪੋਲਿਊਸ਼ਨ ਬੋਰਡ ਦੀ ਰਿਪੋਰਟ ਆਉਂਦੀ ਆ, ਬੜੀ ਹੀ ਹੈਰਾਨੀਜਨਕ ਰਿਪੋਰਟ ਆ। ਉਹ ਰਿਪੋਰਟ ਦੇ ਵਿੱਚ 29 ਸੈਂਪਲ ਕੀਤੇ ਆ ਤੇ 29 ਹੀ ਫੇਲ ਨੇ। ਉਹ ਜਿਹੜਾ ਰਿਪੋਰਟ ਆਉਂਦੀ ਆ, ਉਹ ਰਿਪੋਰਟ ਦੇ ਵਿੱਚ ਕਿਹਾ ਗਿਆ ਹੈ ਵੀ 2 ਬੋਰ ਆ ਉਹ ਜਮਾਂ ਹੀ ਕਰੀਬ ਨੇ, ਜਿਹੜੇ ਕਿ ਉਹ ਕਾਨੂੰਨ ਦੇ ਵਿੱਚ ਉਹ ਬੋਰ 200 ਮੀਟਰ ਦੀ ਦੂਰੀ ਤੇ ਹੋਣੇ ਚਾਹੀਦੇ ਨੇ। ਉਹ ਰਿਪੋਰਟ ਦੇ ਵਿੱਚ ਕਿਹਾ ਗਿਆ ਹੈ ਇਹ ਜਿਹੜੀ ਫੈਕਟਰੀ ਹੈ ਇਹਦੇ ਵਿੱਚ 10 ਬੋਰ ਪਾਏ ਗਏ ਨੇ, 6 ਪੀਜ਼ੋਮੀਟਰ ਪਾਏ ਗਏ ਨੇ, 6 ਪੀਜ਼ੋਮੀਟਰ, ਜਿਨ੍ਹਾਂ ਦੇ ਇਹਨਾਂ ਕੋਲੇ 4 ਬੋਰ ਕਹਿ ਰਹੀ ਹੈ ਇੰਡਸਟਰੀ, ਸਾਡੇ ਕੋਲ 4 ਬੋਰ ਨੇ ਤੇ 2 ਸਾਡੇ ਕੋਲ ਪੀਜ਼ੋਮੀਟਰ ਨੇ, ਪਰ ਉਹਨਾਂ ਦੀ ਮਨਜ਼ੂਰੀ ਵੀ ਇਹਨਾਂ ਕੋਲੇ ਨਹੀਂ ਹੈਗੀ। ਜਿਹੜੀ ਇਹ ਸ਼ਰਾਬ ਫੈਕਟਰੀ ਆ, ਇਹਦੇ ਵਿੱਚ ਜਿਹੜਾ ਪਾਣੀ ਆ ਉਹ ਪਾਣੀ ਕਾਲਾ ਬਦਬੂਦਾਰ ਪਾਣੀ ਹੈ। ਸਾਡੇ ਪਿੰਡਾਂ ਦੇ ਵਿੱਚ ਉਹ ਸਾਈਨਾਈਡ, ਅਸੀਂ ਪਹਿਲੇ ਦਿਨ ਤੋਂ ਕਹਿ ਰਹੇ ਹਾਂ ਸ਼ਰਾਬ ਫੈਕਟਰੀ ਸਾਈਨਾਈਡ ਸਪਲਾਈ ਕਰਦੀ ਆ ਆਲ ਓਵਰ ਵਰਲਡ, ਤੇ ਇਹ ਸਾਈਨਾਈਡ ਦੇ ਤੱਤ ਸਾਡੇ ਪਿੰਡਾਂ ਦੇ ਵਿੱਚ ਪਾਏ ਗਏ ਨੇ, ਰਟੋਰੋਈ ਦੇ ਵਿੱਚ ਪਾਏ ਗਏ ਨੇ, ਭਿਆਨਕ ਚੀਜ਼ਾਂ ਸਾਡੇ ਕੈਮੀਕਲ ਪਾਏ ਗਏ ਨੇ ਜਿਨ੍ਹਾਂ ਦੇ ਵਿੱਚ ਕੈਂਸਰ ਹੁੰਦਾ। ਜਿਹੜਾ ਪੰਜਾਬ ਪ੍ਰਦੂਸ਼ਣ ਬੋਰਡ ਆ, ਪਹਿਲੀ ਰਿਪੋਰਟ ਜਿਹੜੀ ਸੰਤ ਬਾਬਾ ਬਲਵੀਰ ਸਿੰਘ ਜੀ ਸੀਚੇਵਾਲ ਦੀ ਰਿਪੋਰਟ ਆਉਂਦੀ ਆ, ਉਹ ਕਲੀਨ ਚਿੱਟ ਦੇ ਦਿੰਦੇ ਆ, ਉਹ ਕਹਿੰਦੇ ਬੈਕਟੀਰੀਆ ਜੀ ਪਾਣੀ ਵਿੱਚ। ਜਿਹੜੀ ਸੈਂਟਰ ਪੋਲਿਊਸ਼ਨ ਬੋਰਡ ਦੀ ਰਿਪੋਰਟ ਆ, ਉਹਦੇ ਵਿੱਚ ਸੰਤ ਬਲਵੀਰ ਸਿੰਘ ਉਹਨਾਂ ਦੀ ਕਿਹੜੀ ਰਿਪੋਰਟ ਸੀ? ਉਹ ਤਾਂ ਐਨਜੀਟੀ ਦੀ ਰਿਪੋਰਟ ਕਹੀ ਜਾ ਰਹੀ ਸੀ ਨਾ, ਕਿ ਤੇ ਐਨਜੀਟੀ ਦੀ ਰਿਪੋਰਟ ਹੈ ਜੀ, ਉਹ ਹੱਕ ਚ ਆ ਗਈ ਹੈ ਫੈਕਟਰੀ। ਉਹ ਐਨਜੀਟੀ ਦੀ ਰਿਪੋਰਟ ਨਹੀਂ ਸੀ, ਉਹ ਐਨਜੀਟੀ ਦੀ ਰਿਪੋਰਟ ਬਣਾਈ ਗਈ, ਉਹ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਹੀ ਰਿਪੋਰਟ ਕੀਤੀ, ਤੇ ਉਹ ਬੜੀ ਮਿਲੀ ਭੁਗਤ ਨਾਲ ਕੀਤੀ ਆ। ਜਿਹੜੇ ਅਸੀਂ ਇਹ ਨਹੀਂ ਕਹਿੰਦੇ ਬਾਬਾ ਬਲਵੀਰ ਸਿੰਘ ਜੀ ਸੀਚੇਵਾਲ ਨੇ ਰਿਪੋਰਟ ਉਹ ਗਲਤ ਕਰਵਾਈ ਜਾਂ ਨਹੀਂ ਕਰਵਾਈ, ਅਸੀਂ ਕਿਉਂਕਿ ਉਹਨਾਂ ਦੀ ਸ਼ਖਸੀਅਤ ਉੱਥੇ ਅਸੀਂ ਉਂਗਲ ਨਹੀਂ ਚੱਕਦੇ। ਅਸੀਂ ਉਂਗਲ ਚੱਕਦੇ ਹਾਂ ਜਿਹੜੇ ਅਫਸਰਾਂ ਨੇ ਉਹ ਰਿਪੋਰਟ ਕੀਤੀ, ਉਹਨਾਂ ਦੇ ਉੱਤੇ ਬਣਦੀ ਕਾਨੂੰਨੀ ਕਾਰਵਾਈ ਕਰੇ, ਉਹਨਾਂ ਦੇ ਉੱਤੇ ਕਾਰਵਾਈ ਕਰੋ, ਬਣਦੀ ਕਾਨੂੰਨੀ ਕਾਰਵਾਈ। ਜੇ ਸੰਤ ਬਾਬਾ ਬਲਵੀਰ ਸਿੰਘ ਜੀ ਹਨਾ ਉੱਥੇ ਆਏ ਸੀ, ਵਾਤਾਵਰਨ ਪ੍ਰੇਮੀ ਆ, ਜੇ ਤੁਹਾਡੇ ਤੇ ਉਂਗਲ ਉੱਠ ਰਹੀ ਆ, ਤੁਸੀਂ ਉਹਨਾਂ ਦੇ ਉੱਤੇ ਕਾਨੂੰਨੀ ਕਾਰਵਾਈ ਕਰਾਓ, ਫਿਰ ਤੁਹਾਨੂੰ ਮੰਨਾਂਗੇ ਅਸੀਂ। ਉਹਨਾਂ ਨੇ ਕੀ ਪਾਣੀ ਦੇ ਸੈਂਪਲ ਬਦਲੇ, ਕੀ ਉਹ ਬੈਕਟੀਰੀਆ ਦੱਸੋ? ਅੱਜ ਸਾਇਨਾਈਡ ਵਰਗੇ ਐਡੇ ਭਿਆਨਕ ਤੱਥ ਆਏ ਨੇ। ਦੇਖੋ ਜੀ, ਜਿਹੜੇ ਪਾਣੀ ਐਡਾ ਗੰਦਾ ਸਾਡੇ ਪਿੰਡਾਂ ਦੇ ਵਿੱਚ ਆ, ਸਾਡੇ ਬੱਚਿਆਂ ਨੇ ਪਾਣੀ ਪੀਣਾ, ਉਹ ਸਾਡੀਆਂ ਜਿਹੜੀਆਂ ਫਸਲਾਂ, ਉਹ ਫਸਲਾਂ ਨੂੰ ਪਾਣੀ ਲੱਗਦਾ। ਇੱਕ ਚੀਜ਼ ਦੇਖੋ ਜੀ, ਸਾਡੇ ਜੀਰੇ ਦਾ ਮਸਲਾ ਨਹੀਂ, ਇਹ ਫਸਲਾਂ ਨੂੰ ਪਾਣੀ ਲੱਗਦਾ, ਤੇ ਉਹ ਫਸਲਾਂ ਦੇ ਵਿੱਚ ਉਹ ਕੈਮੀਕਲ ਦੇ ਤੱਤ ਜਾਂਦੇ ਨੇ। ਇਹ ਤਾਂ ਪੂਰੀ ਰੋਟੀ, ਪੰਜਾਬ ਰੋਟੀ ਦਾ ਪੂਰੇ ਭਾਰਤ ਨੂੰ ਖਵਾਉਂਦਾ। ਕੀ ਪੂਰੇ ਭਾਰਤ ਦੇ ਵਿੱਚ ਬਿਮਾਰੀਆਂ ਵੰਡੀਆਂ ਜਾ ਰਹੀਆਂ ਨੇ? ਕੌਣ ਵੰਡ ਰਹੀ ਆ? ਇਹ ਮਾਲਬਰੋ ਸ਼ਰਾਬ ਫੈਕਟਰੀ। ਇਹਦੇ ਉੱਤੇ ਵਾਟਰ ਐਕਟ 1974 ਤੇ 1981 ਦੇ ਤਹਿਤ ਇਹਦੇ ਉੱਤੇ ਕਾਨੂੰਨੀ ਕਾਰਵਾਈ ਕਰੋ। ਇਹਦੇ ਉੱਤੇ ਦੀਪ ਮਲਹੋਤਰੇ ਦੇ ਉੱਤੇ ਪਰਚੇ ਪਾ ਕੇ ਇਸ ਨੂੰ ਅੰਦਰ ਕਰੋ, ਤੇ ਇਹਦੇ ਜਿਹੜੀ ਸਾਰੀ ਹੀ ਇੰਡਸਟਰੀ ਆ, ਇੱਕ ਵਧੀਆ ਜਾਂਚ ਕਮੇਟੀਆਂ ਬਿਠਾਈਆਂ ਜਾਣ। ਉਹ ਜਿੰਨਾ ਤੱਕ ਜਾਂਚ ਹੁੰਦੀ ਆ, ਇਸ ਦੀ ਸਾਰੀ ਹੀ ਪ੍ਰਾਪਰਟੀ, ਇਹਦੇ ਬੈਂਕ ਖਾਤੇ ਇਹ ਸੀਜ਼ ਹੋਣੇ ਚਾਹੀਦੇ ਆ, ਫੈਕਟਰੀ ਸੀਜ਼ ਹੋਣੀ ਚਾਹੀਦੀ ਆ, ਉਹਨਾਂ ਤੱਕ ਜਿੰਨਾ ਤੱਕ ਇਹਨਾਂ ਕਮੇਟੀਆਂ ਪੂਰੀਆਂ ਰਿਪੋਰਟ ਬਣਾ ਕੇ ਇਹਦੇ ਉੱਤੇ ਕਾਨੂੰਨੀ ਕਾਰਵਾਈ ਨਹੀਂ ਕਰਦੇ, ਇਹਦੇ ਸਾਰੇ ਹੀ ਸੀਜ਼ ਹੋਣੀ ਚਾਹੀਦੀ ਆ। ਠੀਕ ਹੈ ਬਰਾੜ ਸਾਹਿਬ, ਮੰਗ ਇੱਕੋ ਇੱਕ ਹੀ ਹੈ ਕਿ ਫੈਕਟਰੀ ਨੂੰ ਸੀਜ਼ ਕਰ ਦਿਓ ਜੀ, ਫੈਕਟਰੀ ਬੰਦ ਕਰ ਦਿਓ, ਇਹ ਚੱਲਣੀ ਨਹੀਂ ਚਾਹੀਦੀ। ਔਰ ਜਿਹੜੀ ਹੁਣ ਰਿਪੋਰਟ ਦਾ ਜ਼ਿਕਰ ਰੋਮਨ ਹੋਰਾਂ ਨੇ ਵੀ ਕੀਤਾ, ਉਸ ਰਿਪੋਰਟ ਦੇ ਮੁਤਾਬਕ ਵੀ ਉਹ ਵੀ ਇਹੋ ਹੀ ਰეკਮੈਂਡ ਕਰਦੇ ਆ ਕਿ ਫੈਕਟਰੀ ਜਿਹੜੀ ਹੈ ਉਹ ਮਨੁੱਖੀ ਘਾਣ ਕਰ ਰਹੀ ਹੈ। ਫਿਰ ਪੰਜਾਬ ਸਰਕਾਰ ਲਈ ਅੜਿੱਕਾ ਕੀ ਹੈ? ਕਿਸ ਗੱਲ ਦਾ ਅੜਿੱਕਾ ਸਮਝ ਆਉਂਦਾ ਹੈ ਤੁਹਾਨੂੰ ਕਿ ਸਰਕਾਰ ਨੇ, ਭਾਵੇਂ ਮੁੱਖ ਮੰਤਰੀ ਸਾਹਿਬ ਨੇ ਕੈਮਰੇ ਤੇ ਆ ਕੇ ਤਾਂ ਕਹਿਤਾ ਕਿ ਫੈਕਟਰੀ ਬੰਦ ਹੈ ਜੀ, ਅੱਜ ਤੋਂ ਬਾਅਦ ਚੱਲੂਗੀ ਨਹੀਂ, ਫਿਰ ਰਿਟਨ ਦੇ ਵਿੱਚ ਜਿਹੜੀ ਡਿਮਾਂਡ ਕਰ ਰਿਹਾ ਮੋਰਚਾ, ਉਹ ਦੇਣ ਦੇ ਵਿੱਚ ਫਿਰ ਦਿੱਕਤ ਕੀ ਹੈ? ਜਾਨੀ ਸਰਕਾਰ ਦਾ ਉਹ ਮੰਨਦੇ ਹੋ ਕਿ ਇਸ ਰਿਪੋਰਟ ਤੋਂ ਬਾਅਦ ਰਾਹ ਹੋਰ ਖੁੱਲ੍ਹ ਜਾਂਦਾ ਕਾਨੂੰਨੀ ਤੌਰ ਤੇ? ਪਹਿਲੀ ਗੱਲ ਤਾਂ ਵੇਖੋ, ਆਪਾਂ ਨੂੰ ਧੰਨਵਾਦੀ ਹੋਣਾ ਚਾਹੀਦਾ ਇਹਨਾਂ ਨੌਜਵਾਨਾਂ ਦਾ, ਜਾਂ ਜਿਹੜੀਆਂ ਵੀ ਉੱਥੇ ਜਥੇਬੰਦੀਆਂ ਸੰਘਰਸ਼ ਕਰ ਰਹੀਆਂ ਸੀ, ਕਿ ਉਹਨਾਂ ਨੇ ਐਡਾ ਵੱਡਾ ਮੁੱਦਾ ਆਪਣੇ ਅੱਗੇ ਲਿਆਂਦਾ ਨਾ। ਇਹ ਕੋਈ ਇਹ ਤਾਂ ਇੱਕ ਫੈਕਟਰੀ ਦਾ ਮਸਲਾ ਹੈ, ਪਤਾ ਨਹੀਂ ਕਿੰਨੀ ਇਹ ਜਿਹੜਾ ਪੋਲਿਊਸ਼ਨ ਬੋਰਡ ਦੇ ਵਿੱਚ ਐ ਬੇੜਾ ਗਰਕ ਹੋਇਆ ਹੋਇਆ ਤੇ ਸਰਕਾਰਾਂ ਉਹਦੇ ਤੇ ਡਿਸੀਜਨ ਨਹੀਂ ਲੈ ਰਹੀਆਂ। ਇਹਦਾ ਮਤਲਬ ਪਤਾ ਨਹੀਂ ਕਿੰਨੀਆਂ ਫੈਕਟਰੀਆਂ ਆਏ ਹੋਣੀਆਂ। ਜੇ ਜ਼ੀਰਾ ਵਾਲੀ ਫੈਕਟਰੀ ਕੋਈ 100 ਸਕੁਅਰ ਕਿਲੋਮੀਟਰ ਏਰੀਆ ਨੂੰ ਜਾਂ 1000 ਸਕੁਅਰ ਕਿਲੋਮੀਟਰ ਏਰੀਆ ਨੂੰ ਇੰਪੈਕਟ ਕਰ ਰਹੀ ਆ, ਤੇ 14 ਤਾਂ ਇਹਦੇ ਆ ਗਈਆਂ, ਤੇ ਹੋਰ ਪਤਾ ਨਹੀਂ ਕੋਈ ਡਾਈਂਗ ਦੀ ਆ, ਕੋਈ ਕਿਵੇਂ ਆ, ਮਤਲਬ ਸਾਰਾ ਸਿਸਟਮ ਹੀ ਐਂ ਚੱਲ ਰਿਹਾ ਹੋਣਾ। ਇਹਦਾ ਮਤਲਬ ਇਹ ਤਾਂ ਪਹਿਲੀ ਗੱਲ ਤਾਂ
ਮੁੱਖ ਮੰਤਰੀ ਸਾਹਿਬ ਨੂੰ ਜਦੋਂ ਇਹ ਸਵਾਲ ਉੱਠਿਆ ਸੀ ਤਾਂ ਉਦੋਂ ਇੱਕ ਬੋਰਡ ਬਣਾ ਕੇ ਇਹ ਸ਼ੁਰੂ ਕਰਨਾ ਚਾਹੀਦਾ ਸੀਗਾ ਵੀ ਕਿੱਥੇ ਕਿੱਥੇ ਕੀ ਹੋ ਰਿਹਾ ਆਪਣੇ, ਪਹਿਲਾਂ ਉਹਦਾ ਇੱਕ ਬੇਸ ਰਿਪੋਰਟ ਤਾਂ ਬਣੇ ਕਿ ਆਪਣੇ ਨਾਲ ਕੀ ਹੋ ਰਿਹਾ। ਦੂਸਰੀ ਗੱਲ ਆ ਜਿਹੜੀ ਰਿਪੋਰਟ ਹੈ ਇਹਦੇ ਕਨਕਲੂਜਨ ਰਿਪੋਰਟ ਦੇ 18 ਪੁਆਇੰਟ ਹੈਗੇ ਆ, ਜੇ 18 ਪੁਆਇੰਟ ਦੇ 18 ਪੁਆਇੰਟ ਜਿਹੜੇ ਹੈਗੇ ਆ ਉਹ ਖੁੱਲ੍ਹ ਦਿੰਦੇ ਆ ਸਰਕਾਰ ਨੂੰ ਕਿ ਇਹ ਫੈਕਟਰੀ ਨੂੰ ਇਮੀਡੀਏਟਲੀ ਬੰਦ ਕੀਤਾ ਜਾਵੇ। ਇਮੀਡੀਏਟਲੀ ਹੀ ਬੰਦ ਨਹੀਂ ਕੀਤਾ ਜਾਵੇ, ਜਿਵੇਂ ਰੋਮਨ ਨੇ ਗੱਲ ਕੀਤੀ ਕਿ ਇਹਦਾ ਇੰਪੈਕਟ ਵੀ ਉਹਨਾਂ ਨੇ ਕਿਹਾ ਕਿ ਕੱਢਿਆ ਜਾਵੇ ਕਿ ਵੀ ਕਿੱਥੋਂ ਤੱਕ ਇਹਨੇ ਖਿਲਾਫ ਕੀਤਾ ਹੈ, ਸਾਡੀ ਫੂਡ ਚੇਨ ਦੇ ਅੰਦਰ, ਸਾਡੇ ਖਾਣੇ ਦੇ ਅੰਦਰ ਕਿੱਥੋਂ ਤੱਕ ਜ਼ਹਿਰ ਘੋਲਤਾ ਇਹਨੇ। ਤੇ ਇਹ ਜਦੋਂ ਜ਼ਹਿਰ ਘੋਲਦਾ ਹੈ ਨਾ, ਇਹ ਕੋਈ ਇਹ ਨਹੀਂਗਾ ਕਿ ਵੀ ਇਹ ਜ਼ੀਰੇ ਦੇ ਵਿੱਚ ਹੀ ਘੁਲ ਰਿਹਾ, ਇਹ ਸਾਡੇ ਸਾਰਿਆਂ ਦੇ ਵਿੱਚ ਹੀ ਘੁਲ ਰਿਹਾ, ਸਾਰੇ ਮਤਲਬ ਦੁਨੀਆ ਭਰ 'ਚ ਫੂਡ ਚੇਨ 'ਚੋਂ ਜ਼ਹਿਰ ਆ ਜਾਂਦਾ। ਤਾਂ ਇਹ ਜਿਹੜਾ ਉਹਨਾਂ ਨੇ ਘਾਣ ਕੀਤਾ ਇਹਦੇ ਉੱਤੇ ਅਸੈਸ ਹੋਵੇ ਤੇ ਇਹਦਾ ਕੋਈ ਮੁਆਵਜ਼ਾ ਬਣ ਕੇ ਜਾਂ ਇਹਦੀ ਕੋਈ ਜੁਰਮਾਨਾ ਬਣ ਕੇ ਇਹ ਹਜ਼ਾਰਾਂ ਕਰੋੜ ਬਣੂਗਾ ਤੇ ਉਹ ਪ੍ਰਾਪਰਟੀਆਂ ਉਹਦੀਆਂ ਅਟੈਚ ਹੋਣ ਤੇ ਉਹਦੇ ਤੇ ਪਰਚੇ ਹੋਣ। ਇਹ ਇਰਾਦਾ ਕਤਲ ਹੀ ਹੈ ਇੱਕ ਤਰ੍ਹਾਂ, ਠੀਕ ਹੈ। ਦੂਸਰੀ ਜਿਹੜੀ ਵੇਖੋ ਧੱਕਾ ਹੋ ਰਿਹਾ ਕਿ ਇਹਨਾਂ ਤੇ ਪਰਚੇ ਹੋ ਰਹੇ ਆ, ਇਹਨਾਂ ਨੂੰ ਅੰਦਰ ਰੱਖਿਆ ਗਿਆ। ਜਿਹੜੇ ਬੰਦਿਆਂ ਨੇ ਇੱਕ ਭਲਾ ਕਰਨ ਦੀ ਸੋਚਿਆ ਸਮਾਜ ਦਾ, ਉਹਨਾਂ ਨੇ ਆਵਾਜ਼ ਉਠਾਈ ਉਸ ਨਿਆਂ ਦੇ ਉਲਟ, ਉਹਨਾਂ ਨੂੰ ਤਾਂ ਤੁਸੀਂ ਕੁੱਟਮਾਰ ਕਰ ਰਹੇ ਹੋ, ਉਹਨਾਂ ਨਾਲ ਤਾਂ ਧੱਕਾ ਕਰ ਰਹੇ ਹੋ ਤੇ ਦੂਜਿਆਂ ਨੂੰ ਬਚਾ ਰਹੇ ਹੋ। ਸੋ ਇਹ ਕਿੱਥੋਂ ਤੱਕ ਸਰਕਾਰਾਂ ਠੀਕ ਹੈਗੀਆਂ ਤੇ ਮੁੱਖ ਮੰਤਰੀ ਸਾਹਿਬ ਨੂੰ ਇੰਨਾ ਕੁਛ, ਜੇ ਉਹ ਕਹਿੰਦੇ ਆ ਵੀ ਮੈਨੂੰ ਤਾਂ ਪੰਜਾਬ ਦੇ ਵਿੱਚ ਕੀੜੀ ਵੀ ਤੁਰੀ ਫਿਰਦੀ ਦਾ ਪਤਾ ਲੱਗਦਾ, ਤਾਂ ਜ਼ਹਿਰ ਫੈਲ ਰਿਹਾ ਤੇ ਇਹਦਾ ਤਾਂ ਇਹਨਾਂ ਨੂੰ ਬੋਲਣਾ ਨਾ ਪਵੇ, ਇਹਨਾਂ ਨੂੰ ਸਫ਼ਰ ਨਾ ਕਰਨਾ ਪਵੇ। ਉਹ ਤਾਂ ਉਹਨਾਂ ਨੂੰ ਆਪ ਹੀ ਹੁਣ ਤੱਕ ਹੁਕਮ ਦੇ ਦੇਣੇ ਚਾਹੀਦੇ ਸੀ ਕਿ ਵੀ ਪਰਚੇ ਰੱਦ ਕਰੋ ਤੇ ਇਹ ਬੰਦੇ ਨੂੰ ਹੁਣੇ ਫੜ ਕੇ ਅੰਦਰ ਕਰੋ, ਬਾਕੀ ਗੱਲਾਂ ਬਾਅਦ 'ਚ ਕਰਦੇ ਹਾਂ। ਠੀਕ ਹੈ। ਬਲਦੇਵ ਸਿੰਘ ਜ਼ੀਰਾ ਕਿਸਾਨ ਜਥੇਬੰਦੀ ਤੋਂ ਵੀ ਜਾਂ ਕੋਈ ਸਵਾਲਨ ਤੋਂ ਕਿਸਾਨ ਜਥੇਬੰਦੀਆਂ ਦੇ ਬਾਰੇ ਵੀ ਲਵਾਂਗੇ। ਜ਼ੀਰਾ ਸਾਹਿਬ, ਇਉਂ ਨਹੀਂ ਲੱਗਦਾ ਕਿ ਠੀਕ ਹੈ ਫੈਕਟਰੀ ਬੰਦ ਹੋਣੀ ਚਾਹੀਦੀ ਹੈ ਕਿਉਂਕਿ ਉੱਥੋਂ ਦੇ ਲੋਕ ਪ੍ਰਭਾਵਿਤ ਹੋ ਰਹੇ ਆ, ਪਰ ਇਸ ਤੋਂ ਪਹਿਲਾਂ ਡਿਮਾਂਡ ਇਹ ਹੋਈ ਸੀ ਕਿ ਫੈਕਟਰੀ ਬੰਦ ਕਰ ਦਿਓ, ਫੈਕਟਰੀ ਨਹੀਂ ਚੱਲਣੀ ਚਾਹੀਦੀ। ਜਿਵੇਂ ਜਿਵੇਂ ਅੱਗੇ ਚੀਜ਼ਾਂ ਵਾਪਰਦੀਆਂ ਗਈਆਂ, ਡਿਮਾਂਡਾਂ ਵੱਧਦੀਆਂ ਗਈਆਂ, ਹੁਣ ਇਉਂ ਨਹੀਂ ਲੱਗਦਾ ਕਿ ਉਹਨਾਂ ਲੋਕਾਂ ਨੂੰ ਮੁਆਵਜ਼ੇ ਦੀ ਗੱਲ ਹੋਵੇ ਜਾਂ ਫਿਰ ਉਹਨਾਂ ਦੀ ਜਿਹੜੀ ਪ੍ਰਾਪਰਟੀ ਅਟੈਚ ਕਰਨ ਦੀ ਗੱਲ ਹੋਵੇ ਕਿ ਮੰਗਾਂ ਦਾ ਘੇਰਾ ਬਹੁਤ ਵੱਧ ਗਿਆ, ਇਹ ਡਿਮਾਂਡ ਲੈਟਰ ਬਹੁਤ ਵੱਡੀ ਹੋ ਗਈ। ਦੇਖੋ, ਜਦੋਂ ਆਪਾਂ ਸੰਘਰਸ਼ ਸ਼ੁਰੂ ਕੀਤਾ ਸੀਗਾ ਉਦੋਂ ਆਪਣੇ ਹੱਥ 'ਚ ਕੁਝ ਨਹੀਂ ਸੀਗਾ। ਜਿਹੜੀ ਗੱਲ ਸਰਕਾਰ ਕਰ ਰਹੀ ਸੀਗੀ ਵੀ ਯਾਰ ਸਾਨੂੰ ਕੋਈ ਨਿੱਕੀ ਮੋਟੀ ਚੀਜ਼ ਵੀ ਮਿਲ ਜੇ ਤੇ ਅਸੀਂ ਮਤਲਬ ਕਿ ਇਹਨੂੰ ਕਾਰਵਾਈ ਕਰਾਂਗੇ। ਹੁਣ ਅੱਜ ਜਦੋਂ ਤੁਹਾਡੇ ਕੋਲ ਇੰਨੇ ਤੱਥ ਆ ਗਏ ਆ, ਜਿਹੜੇ ਮੇਰੇ ਤੋਂ ਪਹਿਲਾਂ ਸਾਥੀਆਂ ਨੇ ਬੋਲੇ ਆ, ਜਿੱਤੋਂ ਇਹ ਗੱਲਾਂ ਸਾਬਤ ਹੋ ਗਈਆਂ ਵੀ ਜਿੰਨੇ ਬੰਦੇ ਮਰੇ ਆ, ਜਿੰਨੇ ਪਸ਼ੂ ਮਰੇ ਆ, ਜਿੰਨੇ ਵਾਤਾਵਰਨ ਦਾ ਘਾਣ ਹੋਇਆ, ਇਹ ਫੈਕਟਰੀ ਨੇ ਕੀਤਾ। ਜਦੋਂ ਸਾਰਾ ਕੁਝ ਇਹ ਗੱਲ ਸਾਬਤ ਹੋ ਗਈ ਫੈਕਟਰੀ ਨੇ ਕੀਤਾ ਵਾ, ਤੇ ਫਿਰ ਇਹਦੇ ਨਾਲ ਡਿਮਾਂਡਾਂ ਵਧਣੀਆਂ। ਜਿਹੜੇ ਪਰਿਵਾਰਾਂ ਦੇ ਜੀ ਗਏ ਆ ਉਹਨਾਂ ਨੂੰ ਮੁਆਵਜ਼ਾ ਚਾਹੀਦਾ ਵਾ, ਜਿਹੜੀ ਸਾਡੀ ਹਵਾ ਖਰਾਬ ਕੀਤੀ ਆ ਉਹਦਾ, ਜਿਹੜਾ ਸਾਡਾ ਪਾਣੀ ਖਰਾਬ ਕੀਤਾ ਵਾ, ਹੁਣ ਕਿੰਨੇ ਸਾਲ ਉੱਥੇ ਪਾਣੀ ਪੀਣ ਵਾਲਾ ਨਹੀਂ ਹੋਣਾਗਾ, ਕਿੰਨਾ ਮਤਲਬ ਕਿ ਉੱਥੇ ਜ਼ਮੀਨ ਦੇ ਵਿੱਚ ਜਿਹੜੀ ਉਪਜਾਊ ਦੀ ਘਾਟ ਹੋ ਜਾਣੀ ਆ। ਸੋ ਡਿਮਾਂਡਾਂ ਵਧਣੀਆਂ ਸੀ। ਇਸੇ ਤਰ੍ਹਾਂ ਹੁਣ ਜੇ ਅੰਦੋਲਨ ਤੋਂ ਪਹਿਲਾਂ ਪਰਚਿਆਂ ਦੀ ਕੈਂਸਲ ਦੀ ਮੰਗ ਥੋੜ੍ਹੀ ਸੀਗੀ, ਉਹ ਤਾਂ ਅੰਦੋਲਨ ਦੇ ਦੌਰਾਨ ਜੋ ਚੱਲਿਆ ਅੰਦੋਲਨ, ਇਹਨਾਂ ਨੇ ਪਰਚੇ ਕੀਤੇ, ਹੁਣ ਆਪਣੀ ਮੰਗ ਕੈਂਸਲ ਕਰੋ। ਹੁਣ ਜਿਹੜੀਆਂ ਗੱਲਾਂ ਆ ਗਈਆਂ ਵੀ ਜਿੰਨਾ ਇਹਨਾਂ ਨੇ ਸਾਰਾ ਕੁਝ ਕਰਤਾ ਤੇ ਅੱਖਾਂ ਬੰਦ ਕਰਕੇ ਪ੍ਰਦੂਸ਼ਣ ਬੋਰਡ ਉਹਨਾਂ ਨੂੰ ਚਾਲੂ ਰੱਖਿਆ, ਹੁਣ ਉਹਦੇ 'ਚੋਂ ਤਾਂ ਇਹ ਮੰਗ ਬਣਨੀ ਆ ਨਾ ਵੀ ਹੁਣ ਪਰਚੇ ਜਿਹੜੇ ਆ ਉਹਨਾਂ 'ਤੇ ਦਰਜ ਕਰੋ। ਅਸੀਂ ਤਾਂ ਕਹਿੰਦੇ ਹਾਂ ਪ੍ਰਦੂਸ਼ਣ ਬੋਰਡ ਤੇ ਵੀ ਜਿਹੜੇ ਅਧਿਕਾਰੀ ਕੰਮ ਕਰਦੇ ਆ ਉਹਨਾਂ ਤੇ ਪਰਚੇ ਦਰਜ ਹੋਣੇ ਚਾਹੀਦੇ ਆ। ਇਸ ਤੋਂ ਪਹਿਲਾਂ ਅਕਾਲੀ ਸਰਕਾਰ ਵੇਲੇ ਕਿਹਨਾਂ ਨੇ ਮਲਾਈ ਖਾਧੀ ਆ ਉਹਨਾਂ ਤੇ ਵੀ, ਕਾਂਗਰਸ ਸਰਕਾਰ ਵੇਲੇ ਕਿਹਨਾਂ ਨੇ ਅੱਖਾਂ ਬੰਦ ਕਰੀ ਰੱਖੀਆਂ ਉਹਨਾਂ ਤੇ ਪਰਚੇ ਦਰਜ ਕਰਨੇ ਚਾਹੀਦੇ ਆ। ਜੇ ਸਹੀ ਬਿਲਕੁਲ ਇਹਨੂੰ ਸੈੱਟ ਕਰਨਾ ਤਾਂ ਜਿੰਨੇ ਦੋਸ਼ੀ ਆ ਉਹਨੂੰ ਚੈਨ ਬੈਜ ਫੜ ਕੇ ਸਾਰਿਆਂ ਨੂੰ ਅੰਦਰ ਦੇਣਾ ਚਾਹੀਦਾ, ਤਾਂ ਕਿ ਹੋਰ 4 ਬੰਦੇ ਹੋਰ ਸੋਚਣ ਵੀ ਅੱਜ ਜੇ ਕੋਈ ਮੈਂ ਕ੍ਰਾਈਮ ਕਰਦਾ ਵਾਂ, ਅੱਜ ਮੈਂ ਕੋਈ ਸਮਾਜ ਪ੍ਰਤੀ ਗਲਤ ਕੰਮ ਕਰਦਾ ਤਾਂ ਕੱਲ੍ਹ ਨੂੰ ਮੇਰੀ ਵਾਰੀ ਆਊਗੀ। ਜੇ ਇਸ ਨੂੰ ਅਸੀਂ ਇਸ ਤਰ੍ਹਾਂ ਖੁੱਲ੍ਹਾ ਛੱਡੀ ਰੱਖਿਆ, ਜੇ ਮੰਨ ਲਓ ਅੱਜ ਫੈਕਟਰੀ ਬੰਦ ਕਰ ਦਿੰਦੇ ਆ, ਕਿ ਫੈਕਟਰੀ ਬੰਦ ਕਰਨ ਦੇ ਨਾਲ ਕੱਲੀ ਫੈਕਟਰੀ ਬੰਦ ਕਰਨਾ ਧਰਤੀ ਹੇਠਲਾ ਪਾਣੀ ਸਾਡਾ ਸਾਫ਼ ਹੋ ਜੂ? ਕੀ ਜਿਹੜੇ ਸਾਡੇ ਜਾਨਾਂ ਚਲੀਆਂ ਗਈਆਂ ਉਹ ਵਾਪਸ ਆ ਜਾਣਗੀਆਂ? ਕੀ ਸਾਡਾ ਜਿੰਨਾ ਨੁਕਸਾਨ ਹੋ ਗਿਆ ਇਲਾਕੇ ਦਾ ਉਹ ਵਾਪਸ ਆ ਜਾਊਗਾ? ਉਹਦੇ ਵਾਸਤੇ ਤਾਂ ਕੁਝ ਭਰਪਾਈ ਤਾਂ ਕਰਨੀ ਪਊਗੀ। ਤੇ ਜਿਹੜੀ ਗੱਲ ਅੱਗੇ ਜਿਵੇਂ ਉਹ ਚੱਕ ਕੇ 20 ਕਰੋੜ ਰੁਪਈਆ ਦੇ ਆਏ ਸੀਗੇ, ਇਹਨਾਂ ਨੇ ਆਪਦਾ ਪੱਖ ਵੀ ਨਹੀਂ ਰੱਖਿਆ, ਅੰਨੇ ਵਾਂਗੂ ਜਾ ਕੇ ਉਹ ਜਿਵੇਂ ਐਂ ਜੇ ਹੋ ਗਿਆ ਵੀ ਮਲਹੋਤਰਾ ਜੀ ਦਾ ਨੁਕਸਾਨ ਹੋ ਗਿਆ ਜੀ, ਕੋਈ ਗੱਲ ਨਹੀਂ ਮਲਹੋਤਰਾ ਜੀ ਤੁਸੀਂ ਖੜੋ, ਅਸੀਂ ਤੁਹਾਨੂੰ ਦਿੰਨੇ ਪੈਸੇ। ਇੱਕ ਤਾਂ ਉਹ ਪਹੁੰਚ ਆ। ਦੂਸਰੀ ਪਹੁੰਚ ਇਹ ਆ ਵੀ ਤੁਸੀਂ ਨੁਕਸਾਨ ਕੀਤਾ, ਇਹਦਾ ਹੁਣ ਮੁਆਵਜ਼ਾ ਵੀ ਤੁਸੀਂ ਦਿਓ। ਉਹ ਕਰੋੜਾਂ ਅਰਬਾਂ ਦਾ ਮਾਲਕ ਆ, ਸਰਮਾਏਦਾਰ ਬੰਦਾ, ਪਰ ਉਹਨੂੰ ਕਿਸੇ ਨੇ ਇਹ ਹੱਕ ਤਾਂ ਨਹੀਂ ਦਿੱਤਾ ਗਾ ਵੀ ਤੁਸੀਂ ਕੁਦਰਤ ਦਾ ਹੀ ਘਾਣ ਕਰ ਦਿਓ, ਮਨੁੱਖੀ ਜਾਨਾਂ ਦਾ ਹੀ ਘਾਣ ਕਰ ਦਿਓ। ਸੋ ਇਹ ਜਿੰਨੀ ਵੀ ਭਰਪਾਈ ਆ ਉਹ ਤੋਂ ਹੋਣੀ ਚਾਹੀਦੀ ਆ। ਅਸੀਂ ਪਹਿਲੇ ਦਿਨ ਤੋਂ ਇਹ ਮੰਗ ਕਰ ਰਹੇ ਹਾਂ, ਜਦੋਂ ਕਿ ਇਹਦੇ 'ਚ ਬਦਕਿਸਮਤੀ ਵਾਲੀ ਗੱਲ ਕਿਹੜੀ ਆ? ਬਦਕਿਸਮਤੀ ਇਹ ਗੱਲ ਆ ਵੀ ਪੰਜਾਬ ਦੇ ਵਿੱਚ ਆਪਾਂ ਜਿਹੜੀ ਵੀ ਸਰਕਾਰ ਆਈ ਆ ਉਹਨਾਂ ਨੇ ਲੋਕਾਂ ਦੇ ਪਿੱਠ ਦੇ ਵਿੱਚ ਛੁਰਾ ਮਾਰਿਆ ਆ 92 ਸੀਟਾਂ ਦੇ ਕੇ ਆਪਾਂ ਲੈ ਜਾਂਦੇ ਆ ਇਹ, ਤੇ ਮੈਨੂੰ ਪਤਾ ਵਾ ਜਿੰਨੀ ਇਹ ਪ੍ਰੈਕਟਿਸ ਹੋਈ ਆ ਸਾਰੀ, ਇਹਦੇ ਵਿੱਚ ਪੂਰੇ ਦਾ ਪੂਰਾ ਜ਼ੋਰ ਇਹਨਾਂ ਦਾ ਇਹਨੂੰ ਮਲਹੋਤਰੀ ਨੂੰ ਬਚਾਉਣ, ਲੋਕਾਂ ਨੂੰ ਡਰਾਉਣ ਦਬਕਾਉਣ ਤੇ ਲੱਗਾ ਹੋਇਆ। ਇਹ ਪੰਜਾਬ ਦੇ ਇਤਿਹਾਸ 'ਚ ਪਹਿਲੀ ਵਾਰੀ ਹੋਇਆ ਜੀ, ਕਿਸੇ ਨੇ ਚੱਕ ਕੇ ਆਪਣੇ ਨੰਬਰ ਦੇਤੇ, ਹੁਣ ਪੈਲੀਆਂ ਦੀ ਜਮਾਂ ਬੰਦੀਆਂ ਦੇਤੀਆਂ, ਹੁਣ ਚੱਕ ਕੇ ਅਦਾਲਤ 'ਚ। ਇਹ ਕੀ ਹੈ? ਡਰਾਉਣ ਵਾਲੀ ਗੱਲ ਸੀਗੀ ਵੀ ਕਿਵੇਂ ਨਾ ਕਰਕੇ ਲੋਕ ਮਰੀ ਜਾਣ ਪਰ ਬੋਲਣ ਨਾ, ਸਾਹ ਨਾ ਕੱਢਣ, ਮਲਹੋਤਰਾ ਬਚਿਆ ਰਵੇ। ਸੋ
ਹੁਣ ਬਿਲਕੁਲ ਉਹੀ ਗਲਾਰੀ ਵੀ ਉੱਥੇ ਫਸ ਗਈ ਆ। ਹੁਣ ਬੈਂਸ ਸਾਹਿਬ ਨੇ ਪਹਿਲੇ ਦਿਨ ਕਿਹਾ ਸੀ ਵੀ ਫੈਕਟਰੀ ਨੂੰ 3 ਤਾਕਤਾਂ ਬੰਦ ਕਰ ਸਕਦੀਆਂ। ਪਹਿਲੀ ਲੋਕ ਬੰਦ ਕਰੀ ਬੈਠੇ ਆ, ਦੂਜੀ ਸਰਕਾਰ, ਤੀਜੀ ਕੋਰਟ। ਹੁਣ ਕੋਰਟ ਨੇ ਆਪਦਾ ਕਹਿਤਾ ਵੀ ਇਹਨਾਂ ਤੇ ਸੁਣੋ ਇਹਨਾਂ ਦੀ ਗੱਲ। ਹੁਣ ਰਹਿ ਗਈ ਸਰਕਾਰ। ਹੁਣ ਸਰਕਾਰ ਕੋਲੇ ਤਾਕਤ ਆ, ਜਿੰਨੇ ਉਹਨਾਂ ਕੋਲ ਤੱਥ ਆ ਗਿਆ, ਸਬੂਤ ਆ ਗਏ ਆ, ਉਹ ਕਰ ਸਕਦੀ ਆ ਬੰਦ, ਤੇ ਲੋਕਾਂ ਨੂੰ ਉਹਨਾਂ ਤੇ ਜੁਰਮਾਨੇ ਵੀ ਪਾ ਸਕਦੀ, ਸਭ ਕੁਝ ਕਰ ਸਕਦੀ ਆ, ਪਰ ਗਲਤ ਨੀਤ ਦੀ ਆ। ਅੱਛਾ, ਮੇਰਾ ਇਹ ਆਖਰੀ ਸਵਾਲ ਹੋਊਗਾ ਕਿ ਮੁੱਖ ਮੰਤਰੀ ਸਾਹਿਬ ਤੁਹਾਡੇ ਨਾਲ ਖਾਸ ਤੌਰ ਤੇ ਨਾਰਾਜ਼ ਰਹੇ, ਖਾਸ ਤੌਰ ਤੇ ਕਿਸਾਨ ਜਥੇਬੰਦੀਆਂ ਨਾਲ। ਪਿਛਲੇ ਦਿਨੀ ਉਹਨਾਂ ਨੇ ਬਿਆਨ ਦਿੱਤਾ ਕਿ ਜਿਹੜੇ ਵੱਖ-ਵੱਖ ਥਾਵਾਂ ਤੇ ਧਰਨੇ ਲਾਉਂਦੇ ਨੇ ਕਿਸਾਨ, ਜਦੋਂ ਇੱਕ ਲੜਕੇ ਦੀ ਮੌਤ ਹੋ ਜਾਂਦੀ ਆ ਅੱਗ ਲੱਗਣ ਤੋਂ ਬਾਅਦ, ਕਿ ਉਹ ਹੁਣ ਕਿੱਥੇ ਨੇ? ਹੁਣ ਲਾਉਣ ਧਰਨੇ ਕਿ ਇੱਕ ਬੰਦੇ ਦੀ ਜਾਨ ਚਲੀ ਗਈ ਆ, ਇੱਕ ਕਿਸਾਨ ਨੇ ਅੱਗ ਲਾਤੀ ਆਪਣੀ ਪਰਾਲੀ ਨੂੰ, ਉਹਨੂੰ ਦਿਖਿਆ ਨਹੀਂ, ਉਹਦੀ ਮੌਤ ਹੋ ਜਾਂਦੀ ਹੈ। ਬਹੁਤ ਸਾਰੀਆਂ ਘਟਨਾਵਾਂ ਆਈਆਂ। ਇੱਕ ਛੋਟਾ ਜਿਹਾ ਬੱਚਾ ਜਿਹੜਾ ਸਾਲਕ ਦਾ ਸੀ, ਕਿਸੇ ਪ੍ਰਵਾਸੀ ਮਜ਼ਦੂਰ ਦਾ, ਉਹ ਜਲ ਜਾਂਦਾ ਹੈ। ਬਹੁਤ ਸਾਰੇ ਦਰਖਤ ਸੜੀ ਜਾਂਦੇ ਆ। ਉਹ ਕਹਿੰਦੇ ਫਿਰ ਹੁਣ ਉਹ ਗੱਲ ਕਰਨ, ਕਹਿੰਦੇ ਜਿਹੜੇ ਜੀਰਾ ਫੈਕਟਰੀ ਨੂੰ ਬੰਦ ਕਰਵਾਉਣ ਦੀ ਗੱਲ ਕਰ ਰਹੇ ਸੀਗੇ ਕਿ ਧਰਤੀ ਦਾ ਪਾਣੀ ਖਰਾਬ ਹੋ ਰਿਹਾ ਜੀ, ਹਵਾ ਖਰਾਬ ਹੋ ਰਹੀ ਹੈ, ਪਾਣੀ ਦਾ ਨੁਕਸਾਨ ਹੋ ਰਿਹਾ, ਕਹਿੰਦੇ ਅੱਜ ਕਿੱਥੇ ਨੇ? ਅੱਜ ਉਹ ਇਹਦੇ ਵਾਸਤੇ ਵੀ ਧਰਨੇ ਲਾਉਣ ਨਾ, ਕਹਿੰਦੇ ਇਕੱਲੇ ਸਰਕਾਰ ਨੂੰ ਹੀ ਘੇਰਨਾ ਆਉਂਦਾ ਨਾ। ਨਾ ਦੇਖੋ, ਜਦੋਂ ਉਹ ਨੌਜਵਾਨ ਦੀ ਮੌਤ ਹੋਈ ਆ, ਜਿਹੜਾ ਬੱਚਾ ਸੜਿਆ, ਜਦੋਂ ਆਪਾਂ ਉਹਨਾਂ ਦੀਆਂ ਤਸਵੀਰਾਂ ਵੇਖੀਆਂ ਤਾਂ ਰੋਣ ਨਿਕਲ ਗਿਆ। ਕਿਹੜੀ ਕਿਸਾਨ ਜਥੇਬੰਦੀ ਨੇ ਮਾਨ ਸਾਹਿਬ ਨੂੰ ਕਿਹਾ ਸੀ ਵੀ ਉਹਨਾਂ ਤੇ ਪਰਚਾ ਦਰਜ ਨਾ ਕਰੇ? ਕਿਹੜੀ ਕਿਸਾਨ ਜਥੇਬੰਦੀ ਨੇ ਉਹਨੂੰ ਕਿਹਾ ਸੀ ਵੀ ਇਹਨਾਂ ਤੇ ਕੋਈ ਕਾਰਵਾਈ ਨਾ ਕਰ? ਕਿਸਾਨ ਜਥੇਬੰਦੀਆਂ ਬਿਲਕੁਲ ਇਸ ਸਟੈਂਡ ਤੇ ਆ ਵੀ ਇਹਦੇ ਜਿਹੜੀ ਨਾੜ ਆ, ਖਾਸ ਕਰਕੇ ਕਣਕ ਦਾ ਨਾੜ ਆ, ਇਹਨੂੰ ਸਾਡੇ ਤੋਂ ਬਿਨਾਂ ਸਾਰਿਆ ਜਾ ਸਕਦਾ, ਸਰਦਾ ਆਪਣਾ। ਇਹ ਤੇ ਅਸੀਂ ਲਗਾਤਾਰ ਲੋਕਾਂ ਨੂੰ ਇਸ ਗੱਲ ਤੇ ਅਵੇਅਰ ਕਰ ਰਹੇ ਹਾਂ ਵੀ ਯਾਰ ਨਹੀਂ, ਆਪਾਂ ਇਹਨੂੰ ਅੱਗ ਨਾ ਲਾਓ, ਆਪਾਂ ਇਹਨੂੰ ਸਾੜੋ। ਜੇ ਦਰਖਤ ਮੱਚ ਗਏ ਤਾਂ ਸਾਡਾ ਨੁਕਸਾਨ ਆ, ਪਰ ਉਹਨਾਂ ਦਾ ਜਿਹੜਾ ਬਿਆਨ ਆ, ਉਹ ਮੈਨੂੰ ਲੱਗਦਾ ਇਸ ਗੱਲੋਂ ਘੱਟ, ਉਹ ਔਖੇਪਣ 'ਚੋਂ ਵੱਧ ਆਇਆ। ਵੀ ਜਿਵੇਂ ਉਹਨਾਂ ਨੇ ਕਹਿਤਾ ਵੀ ਅੱਗੇ ਵਜ੍ਹਾ ਵੇਖ ਕੇ ਧਰਨਾ ਲਾਉਂਦੇ ਸੀ, ਹੁਣ ਜਗ੍ਹਾ ਵੇਖ ਕੇ ਲਾਉਂਦੇ ਆ। ਸੋ ਇਹ ਜਿਹੜਾ ਉਹਨਾਂ ਦਾ ਰਵੱਈਆ ਵਾ, ਕਿਸਾਨ ਜਥੇਬੰਦੀ ਪ੍ਰਤੀ ਰਵੱਈਆ, ਇਹ ਕੋਈ ਬਹੁਤਾ ਠੀਕ ਨਹੀਂ ਗਾ। ਬਿਲਕੁਲ ਉਹੀ ਆ ਜਿਵੇਂ ਸੁਖਬੀਰ ਬਾਦਲ ਇੱਕ ਟਾਈਮ ਕਹਿੰਦਾ ਹੁੰਦਾ ਸੀ ਵੀ ਸਾਰੇ ਵਿਹਲੜ ਧਰਨਾ ਲਾਉਂਦੇ ਆ, ਤੇ ਉਦੋਂ ਇਹ ਉਲਟ ਭੁਗਤਦੇ ਸੀ। ਅੱਜ ਇਹਨਾਂ ਨੂੰ ਇਹ ਲੱਗਣ ਲੱਗ ਪਿਆ ਵੀ ਇਹ ਜਗ੍ਹਾ ਲੱਭਦੇ ਵੀ ਧਰਨਾ ਕਿੱਥੇ ਲਾਈਏ। ਹੁਣ ਫੈਕਟਰੀ ਮੂਹਰੇ ਭਾਈ ਅਸੀਂ ਵਜ੍ਹਾ ਵੇਖ ਕੇ ਧਰਨਾ ਲਾਇਆ ਸੀ, ਨਾ ਕਿ ਜਗ੍ਹਾ ਵੇਖ ਕੇ ਲਾਇਆ। ਅੱਜ ਭਲਵਾਨਾਂ ਦੇ ਹੱਕ 'ਚ ਬੈਠੇ ਆ ਉੱਥੇ, ਉਹ ਵਜ੍ਹਾ ਵੇਖ ਕੇ ਬੈਠੇ ਆ, ਨਾ ਕਿ ਜਗ੍ਹਾ ਵੇਖ ਕੇ ਬੈਠੇ ਆ। ਆਉਣ ਵਾਲੇ ਸਮੇਂ ਦੇ ਵਿੱਚ ਜੇ ਕੋਈ ਤੁਸੀਂ ਆਹ ਫੈਕਟਰੀ ਨੂੰ ਜਿੰਦਰਾ ਨਾ ਮਾਰਿਆ, ਮਲਹੋਤਰੇ ਦੇ ਪੱਖ 'ਚ ਖੜੋਗੇ, ਫਿਰ ਵੀ ਸਾਡੀ ਵਜ੍ਹਾ ਹੋਊਗੀ, ਨਾ ਕਿ ਜਗ੍ਹਾ ਹੋਊਗੀ। ਸੋ ਇਹ ਬੇਤੁਕੇ ਬਿਆਨ ਆ, ਇੱਕ ਜਲਸੀ ਵਾਲੀ ਭਾਵਨਾ ਦੇ ਤੌਰ ਤੇ ਇਹ ਆਏ ਆ। ਬਹੁਤ ਧੰਨਵਾਦ ਜੀ। ਤਾਂ ਇਹ ਸਨ ਸਾਂਝਾ ਜ਼ੀਰਾ ਮੋਰਚਾ ਦੇ ਮੈਂਬਰ ਔਰ ਨਾਲ ਹੀ ਕਿਸਾਨ ਜਥੇਬੰਦੀਆਂ ਦੇ ਆਗੂ, ਜਿਹੜੇ ਸਿੱਧੇ ਤੌਰ ਤੇ ਮੰਗ ਕਰਦੇ ਆਏ ਕਿ ਜੇਕਰ ਸੈਂਟਰ ਪੋਲੂਸ਼ਨ ਕੰਟਰੋਲ ਬੋਰਡ ਦੀ ਇਹ ਰਿਪੋਰਟ ਸਿੱਧਾ ਰਾਹ ਦਿੰਦੀ ਹੈ ਜਾਂ ਸਿੱਧੀ ਡਿਮਾਂਡ ਕਰਦੀ ਹੈ ਕਿ ਇਸ ਸਾਰੇ ਜਿਹੜੇ ਸੈਂਪਲ ਹੋਏ, ਸਾਰੇ ਦੇ ਸਾਰੇ ਸੈਂਪਲ ਫੇਲ ਹੁੰਦੇ ਨੇ ਔਰ ਨੁਕਤੇ ਆਉਂਦੇ ਨੇ ਕਿ ਫੈਕਟਰੀ ਬਿਲਕੁਲ ਚੱਲਣਯੋਗ ਨਹੀਂ ਹੈਗੀ, ਤਾਂ ਫਿਰ ਉਹ ਕਹਿੰਦੇ ਆ ਕਿ ਸਰਕਾਰ ਨੂੰ ਇਸ ਦੇ ਵਿੱਚ ਦਿੱਕਤ ਕੀ ਹੈ, ਅੜਿੱਕਾ ਕਿੱਥੇ ਆ, ਸਰਕਾਰ ਨੂੰ ਜਲਦ ਅੜਿੱਕਾ ਦੂਰ ਕਰਕੇ ਫੈਕਟਰੀ ਨੂੰ ਸੀਲ ਕਰ ਦੇਣਾ ਚਾਹੀਦਾ ਹੈ। ਆਪਣੇ ਸਹਿਯੋਗੀ ਪਰਮਿੰਦਰ ਸਿੰਘ ਨਾਲ ਮੈਂ ਰਵੀ ਸੰਗਰਾਹੂਰ ਦਾ ਅਨਮਿਊਟ, ਚੰਡੀਗੜ੍ਹ।